ਥਾਂ 'ਤੇ ਸਾਫ਼ ਜਗ੍ਹਾ ਵੇਖ ਕੇ ਤੰਬੂ ਲੱਗਦੇ ਆ। ਬਾਦਸ਼ਾਹ ਇੱਕ ਸਵਾਲ ਕਰਦਾ ਵੀ ਤੁਹਾਨੂੰ ਸੱਚਾ ਪਾਤਸ਼ਾਹ ਸਿੱਖ ਸੰਗਤਾਂ ਕਹਿੰਦੀਆਂ ਨੇ, ਉਹਦੀ ਜਿਹੜੀ ਸੋਚ ਆ ਉਹ ਤਾਂ ਲੋਕ ਹੀ ਕਹਿੰਦਾ ਹੈ ਵੀ ਤੁਹਾਨੂੰ ਸੱਚਾ ਪਾਤਸ਼ਾਹ ਕਹਿੰਦੇ ਨੇ। ਇਹ ਤਾਂ ਸਾਡੇ ਨਾਲੋਂ ਵੀ ਵੱਡਾ ਨਾਮ ਹੈ, ਤੁਹਾਡੀ ਬਹੁਤੀ ਵਡਿਆਈ ਆ। ਮਹਾਰਾਜ ਕਹਿੰਦੇ ਨੇ ਭਾਈ ਅਸੀਂ ਕਿਸੇ ਨੂੰ ਨਹੀਂ ਕਹਿੰਦੇ, ਜਿਵੇਂ ਸੰਗਤ ਦੀਆਂ ਮੁਰਾਦਾਂ ਪੂਰੀਆਂ ਹੁੰਦੀਆਂ ਨੇ ਸੰਗਤ ਹੀ ਆਪਣੀ ਭਾਵਨਾ ਦੇ ਮੁਤਾਬਕ ਕਹਿੰਦੀ ਆ। ਫਿਰ ਪਾਤਸ਼ਾਹ ਜੀ ਦੇਖਦੇ ਨੇ ਇਹਨੂੰ ਪ੍ਰੈਕਟੀਕਲ ਕਰਕੇ ਦਿਖਾਉਣਾ ਪਵੇਗਾ। ਹੁਣ ਇੱਕ ਗਰੀਬ ਘਾਈ ਸਿੱਖਿਆ ਕਿਵੇਂ ਪਾਤਸ਼ਾਹ ਮਹਾਰਾਜ ਜੀ ਦੇ ਦਰਸ਼ਨਾਂ ਦੇ ਵਾਸਤੇ ਪਹੁੰਚਦਾ ਅਤੇ ਭੁਲੇਖੇ ਦੇ ਨਾਲ ਉਹਨੇ ਬਾਦਸ਼ਾਹ ਜਹਾਂਗੀਰ ਦੇ ਕੈਂਪ ਦੇ ਵਿੱਚ ਉਹਦੇ ਤੰਬੂ 'ਚ ਚਲੇ ਜਾਣਾ ਅਤੇ ਉੱਥੇ ਜਾ ਕੇ ਕਿਵੇਂ ਉਹਦੇ ਪਾਸੋਂ ਪਰਲੋਕ ਸੁਹੇਲਾ ਕਰਨ ਵਾਸਤੇ ਉਹ ਬੇਨਤੀ ਕਰਦਾ ਹੈ। ਉਹਨੇ ਅੱਖੀਂ ਵੇਖਣਾ ਵੀ ਸੱਚਮੁੱਚ ਜਿਹੜੀ ਦਾਤ ਗੁਰੂ ਹਰਗੋਬਿੰਦ ਸਾਹਿਬ ਜੀ ਮਹਾਰਾਜ ਜੀ ਦੇ ਪਾਸ ਆ ਉਹ ਮੇਰੇ ਕੋਲ ਨਹੀਂ ਆ। ਇਹ ਸਾਰਾ ਪ੍ਰਸੰਗ ਆਪਾਂ ਇਸ ਪ੍ਰਸੰਗ ਦੇ ਰਾਹੀਂ ਸੱਚਾ ਪਾਤਸ਼ਾਹ ਅਤੇ ਕਾਹੀ ਜਿਹੜਾ ਗੁਰੂ ਕਾ ਸਿੱਖਿਆ ਉਹ ਪ੍ਰਸੰਗ ਦਾ ਇਹਦਾ ਵਿਸ਼ਾ ਹੈ। ਇਸ ਗੁਰ ਇਤਿਹਾਸ ਨਾਲ ਜੁੜਦਿਆਂ ਸਾਰੀ ਸੰਗਤ ਮਾਈ ਭਾਈ ਮੁਖ ਨੂੰ ਕਰੋ ਪਵਿੱਤਰ ਅਤੇ ਉਚਾਰਨ ਕਰੋ ਜੀ ਸਤਿਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਫੇਰ ਆਖੋ ਜੀ ਸਤਿਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਦੋਹਰਾ ਬਾਦਸ਼ਾਹ ਤਰੋਵਰ ਕੀ ਤਰੀ ਅਲਪ ਨਰਨ ਤੇ ਸੰਗ। ਬਾਦਸ਼ਾਹ ਇੱਕ ਦਰਖਤ ਵੇਖਿਆ ਜਿਹਦੀ ਸੰਘਣੀ ਛਾਂ ਹੈ ਕੁਛ ਮਨੁੱਖਾਂ ਦੇ ਨਾਲ, ਕਿਉਂਕਿ ਅਕਸਰ ਜਿਹੜੇ ਐਸੇ ਵੱਡੇ ਲੋਕ ਹੁੰਦੇ ਆ ਉਹਨਾਂ ਦੇ ਬਾਡੀਗਾਰਡ ਵੀ ਹੁੰਦੇ ਆ, ਉਹਨਾਂ ਦੇ ਪਹਿਰੇਦਾਰ ਰਖਵਾਲੀ ਵਾਲੇ ਕੁਛ ਮਨੁੱਖਾਂ ਦੇ ਨਾਲ ਬਹੁਤ ਵੱਡਾ ਦਰਖਤ ਜਿਹਦੀ ਸੰਘਣੀ ਛਾਂ ਹੈ ਉਸ ਦਰਖਤ ਦੇ ਹੇਠ ਇਹ ਬਾਦਸ਼ਾਹ ਠਹਿਰਦਾ ਹੈ। ਬੈਠਿਓ ਹਿਤ ਬਿਸਰਾਮ ਕੀ ਖਰੋ ਸਮੀਪ ਤਰੰਗ। ਉਹਦੇ ਜਿਹੜੇ ਘੋੜੇ ਆ ਉਹ ਤਾਂ ਖਲੋਤੇ ਨੇ ਆਸ-ਪਾਸ ਖੱਬੇ ਸੱਜੇ। ਬਾਦਸ਼ਾਹ ਨੇ ਆਰਾਮ ਕਰਨ ਵਾਸਤੇ ਇਸ ਵੱਡੇ ਦਰਖਤ ਦੇ ਹੇਠ ਉਹਨੇ ਆਪਣੇ ਅਹਿਲਕਾਰਾਂ ਨੂੰ ਕਹਿ ਕੇ ਵਿਸਰਾਮ ਕਰਨ ਵਾਸਤੇ ਇਹ ਜਗ੍ਹਾ ਦੇਖੀ ਹੈ। ਚੌਪਾਈ ਤੈਸੇ ਕਿਤਕ ਦੂਰ ਗੁਰ ਥਿਰੇ। ਉਹਨਾਂ ਤੋਂ ਥੋੜ੍ਹਾ ਜਿਹਾ ਹਟਵਾਂ ਕੋਈ ਕਿੱਲੇ ਦਾ ਪੈਂਡਾ ਵੀ ਹੋ ਸਕਦਾ, 2 ਕਿੱਲੇ ਦਾ ਪੈਂਡਾ ਜਾਂ ਇਸ ਤੋਂ ਘੱਟ ਵੀ ਹੋ ਸਕਦਾ ਹੈ। ਕਵੀ ਸਾਹਿਬ ਜੀ ਲਿਖਦੇ ਆ ਬਾਦਸ਼ਾਹ ਤੋਂ ਥੋੜ੍ਹਾ ਜਿਹਾ ਹਟਵਾਂ ਧੰਨ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਮਹਾਰਾਜ ਜੀ ਦੇ ਵਿਸਰਾਮ ਵਾਸਤੇ ਪ੍ਰਬੰਧ ਕੀਤਾ ਗਿਆ ਹੈ। ਕਾਮ ਤਪਤ ਨਿਵਾਰਨ ਕਰੇ। ਗਰਮੀ ਦਾ ਸਮਾਂ ਹੈ ਤੇ ਸੂਰਜ ਦੀਆਂ ਤਿੱਖੀਆਂ ਕਿਰਨਾਂ ਜਿਹੜੀਆਂ ਨੇ ਉਹ ਅਸਮਾਨ ਦੇ ਵਿੱਚੋਂ ਪੈਂਦੀਆਂ ਹਨ। ਤਹਿ ਇੱਕ ਕਾਹੀ ਚੱਲ ਕਰ ਆਇਓ। ਉਸ ਥਾਂ ਤੇ ਇੱਕ ਕਾਹੀ ਜਿਹੜਾ ਘਾਹ ਖੋਤਣ ਵਾਲਾ ਉਹ ਚੱਲ ਕੇ ਆਉਂਦਾ ਹੈ। ਘਾਸ ਖੁਰਬ ਚ ਹਿੱਤ ਲਲਚਾਇਓ। ਉਸ ਵਿਚਾਰੇ ਦਾ ਜਿਹੜਾ ਕਾਰਜ ਆ, ਕਿਉਂਕਿ ਸਿਆਣੇ ਬਜ਼ੁਰਗ ਕਹਿੰਦੇ ਨੇ ਘਾਈਆਂ ਦੇ ਪੁੱਤਾਂ ਨੇ ਘਾਹ ਹੀ ਖੋਤਣਾ, ਉਹਦੇ ਮਨ ਵਿੱਚ ਆਇਆ ਵੀ ਇਸ ਥਾਂ 'ਤੇ ਕਾਫੀ ਹਰਿਆਵਲ ਆ ਤੇ ਮੈਂ ਘਾਹ ਜਿਹੜਾ ਉਹਨੂੰ ਖੋਤ ਲਵਾਂ। ਆਵਤ ਸੁਣਿਓ ਗੁਰੂ ਇਤ ਆਏ। ਜਦੋਂ ਉਹਨੂੰ ਪਤਾ ਲੱਗਿਆ ਕਿ ਧੰਨ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਮਹਾਰਾਜ ਜੀ ਇੱਥੇ ਆਏ ਆ, ਘਾਹ ਕਾਹਦੇ ਵਾਸਤੇ ਖੋਤਣਾ, ਉਹਦੇ ਕੋਲ ਕੋਈ ਪੈਸਾ ਨਹੀਂ, ਮਹਾਰਾਜ ਜੀ ਦੇ ਚਰਨਾਂ ਵਿੱਚ ਉਹਨੇ ਭੇਟਾ ਜਿਹੜੀ ਆ ਮੱਥਾ ਟੇਕਣਾ ਹੈ, ਉਹਦੇ ਵਾਸਤੇ ਵਿਚਾਰ ਉਹਨੇ ਬਣਾਈ ਆ ਵੀ ਘਾਹ ਖੋਤਾਂਗਾ, ਇਹਨੂੰ ਬਾਜ਼ਾਰ ਵਿੱਚ ਵੇਚਾਂਗਾ, ਕੋਈ ਪੈਸਾ ਟਕਾ ਮਿਲੇਗਾ ਅਤੇ ਗੁਰੂ ਸਾਹਿਬ ਜੀ ਦੇ ਚਰਨਾਂ ਵਿੱਚ ਜਾ ਕੇ ਭੇਟਾ ਰੱਖਾਂਗਾ। ਸੋ ਇਹ ਜਿਹੜਾ ਗਰੀਬ ਘਾਹੀ ਸਿੱਖਿਆ ਇਹਦੇ ਮਨ ਵਿੱਚ ਵਿਚਾਰ ਆਏ ਵੀ ਮੈਂ ਵੀ ਪਾਤਸ਼ਾਹ ਜੀ ਦੇ ਦਰਸ਼ਨ ਕਰਨੇ ਹੈ। ਗੁਰੂ ਹਰਗੋਬਿੰਦ ਸਾਹਿਬ ਜੀ ਮਹਾਰਾਜ ਇੱਥੇ ਆਏ ਆ, ਉਹਨੇ ਸਤਿਗੁਰਾਂ ਦੇ ਬਾਰੇ ਸੁਣਿਆ ਹੈ। ਹਿਤ ਸ਼ਿਕਾਰ ਕੇ ਅਗਰ ਸਦਾਏ। ਤੇ ਸਤਿਗੁਰੂ ਸੱਚੇ ਪਾਤਸ਼ਾਹ ਮਹਾਰਾਜ ਜੀ ਦੀ ਬਾਬ ਤੋਂ ਸੁਣਦਾ ਹੈ
ਕਿ ਮਹਾਰਾਜ ਇਸ ਪਾਸੇ ਆਉਂਦੇ ਆ ਤੇ ਇੱਥੇ ਆਣ ਕੇ ਸਤਿਗੁਰੂ ਜੀ ਸ਼ਿਕਾਰ ਵੀ ਖੇਡਦੇ ਹਨ। ਹਰਖਿਓ ਮੈਂ ਇਤ ਦਰਸ਼ਨ ਪਾਉ। ਉਹਦੇ ਮਨ ਵਿੱਚ ਬੜੀ ਖੁਸ਼ੀ ਹੋਈ ਜਦੋਂ ਉਹਨੂੰ ਪਤਾ ਲੱਗਿਆ ਕਿ ਮਹਾਰਾਜ ਜੀ ਸੰਗਤਾਂ ਤੋਂ ਲਾਂਭੇ ਭਾਵ ਇਸ ਜੰਗਲ ਵਾਲੇ ਪਾਸੇ ਆਏ ਆ, ਜਿੱਥੇ ਕੋਈ ਸੰਗਤਾਂ ਦੀ ਗਿਣਤੀ ਬੜੀ ਘੱਟ ਹੁੰਦੀ ਆ, ਤੇ ਇਸ ਥਾਂ ਤੇ ਮੈਂ ਸਤਿਗੁਰਾਂ ਦੇ ਖੁੱਲੇ ਦਰਸ਼ਨ ਕਰ ਲਵਾਂਗਾ। ਜਦੋਂ ਉਹਨੂੰ ਪਤਾ ਲੱਗਿਆ ਵੀ ਮਹਾਰਾਜ ਇਸ ਪਾਸੇ ਆਏ ਹਨ, ਮਨੋ ਕਾਮਨਾ ਸਭ ਪੁਰਵਾਉ। ਸਤਿਗੁਰਾਂ ਦੇ ਚਰਨਾਂ ਵਿੱਚ ਮੱਥਾ ਟੇਕਾਂਗਾ ਤੇ ਮੇਰੇ ਮਨ ਦੀ ਮਨੋ ਕਾਮਨਾਵਾਂ ਪੂਰੀ ਹੋ ਜਾਵੇਗੀ। ਸੰਗ ਨਰਨ ਕੀ ਭੀੜ ਨ ਕੋਈ। ਇੱਥੇ ਇਹ ਵੀ ਫਾਇਦਾ ਹੋਵੇਗਾ ਵੀ ਬਹੁਤੀ ਜ਼ਿਆਦਾ ਭੀੜ ਨਹੀਂ ਹੋਵੇਗੀ, ਬਹੁਤਾ ਜ਼ਿਆਦਾ ਰਸ ਨਹੀਂ ਹੋਵੇਗਾ। ਮਸਤਕ ਟੇਕ ਦਰਸ਼ਨ ਹੋਈ। ਸਤਿਗੁਰਾਂ ਦੇ ਚਰਨਾਂ ਉੱਤੇ ਮੱਥਾ ਟੇਕਾਂਗਾ ਤੇ ਗੁਰੂ ਹਰਗੋਬਿੰਦ ਸਾਹਿਬ ਜੀ ਮਹਾਰਾਜ ਜੀ ਦਾ ਮੈਨੂੰ ਦਰਸ਼ਨ ਹੋਵੇਗਾ। ਹਾਥ ਜੋੜ ਮੈਂ ਅਰਜ ਗਜ਼ਾਰੋਂ। ਹੱਥ ਜੋੜ ਕੇ ਮੈਂ ਸਤਿਗੁਰੂ ਪਾਤਸ਼ਾਹ ਜੀ ਦੇ ਚਰਨਾਂ ਵਿੱਚ ਬੇਨਤੀ ਕਰਾਂਗਾ। ਮਨ ਤਨ ਕੇ ਦੁੱਖ ਸਭ ਨਿਰਵਾਰੋਂ। ਜਿਹੜੇ ਮੇਰੇ ਮਨ ਦੇ ਦੁੱਖ ਆ ਤੇ ਜਿਹੜੇ ਮੇਰੇ ਤਨ ਦੇ ਦੁੱਖ ਆ, ਇਹ ਦੋਵੇਂ ਦੁੱਖ ਦੂਰ ਹੋ ਜਾਣਗੇ, ਕਿਉਂਕਿ ਡਾਕਟਰ ਸਾਡੇ ਤਨ ਦਾ ਇਲਾਜ ਕਰਦਾ ਹੈ, ਮਨ ਦਾ ਇਲਾਜ ਨਹੀਂ। ਸਤਿਗੁਰਾਂ ਦੇ ਪਾਸ ਨਮਸਕਾਰ ਕਰਾਂਗਾ, ਮੇਰੇ ਦੋਵੇਂ ਦੁੱਖ ਦੂਰ ਹੋ ਜਾਣਗੇ। ਹਿਮ ਚਿਤਵਤ ਚੱਲ ਕਰ ਤਹ ਆਇਓ। ਇਹਦੇ ਮਨ ਵਿੱਚ ਇਹ ਵਿਚਾਰ ਚੱਲੀ ਹੈ ਤੇ ਫਿਰ ਪਾਤਸ਼ਾਹ ਮਹਾਰਾਜ ਜੀ ਦੇ ਕੋਲ, ਜਿੱਥੇ ਪਾਤਸ਼ਾਹ ਜੀ ਸ਼ਿਕਾਰ ਖੇਡਣ ਵਾਸਤੇ ਜਾਂਦੇ ਨੇ ਜੰਗਲ ਦੇ ਵਿੱਚ, ਉਸ ਪਾਸੇ ਨੂੰ ਚੱਲਦਾ ਹੈ। ਜਹਾਂਗੀਰ ਜਹੇ ਥਿਰ ਸੁਖ ਪਾਇਓ। ਜਿਸ ਥਾਂ ਤੇ ਬਾਦਸ਼ਾਹ ਜਹਾਂਗੀਰ ਆਪਣੇ ਤੰਬੂ ਵਿੱਚ ਆਰਾਮ ਕਰਦਾ ਹੈ, ਸੁਖ ਪਾਉਂਦਾ ਹੈ, ਭਾਵ ਥਕਾਵਟ ਨੂੰ ਦੂਰ ਕਰਨ ਵਾਸਤੇ ਆਰਾਮ ਕਰਦਾ ਹੈ। ਭੋਜਨ ਲਗਿਓ ਸਾਚ ਪਾਤਸ਼ਾਹ। ਇਹ ਪੁੱਛਦਾ ਹੈ ਭੁਲੇਖੇ ਦੇ ਨਾਲ ਵੀ ਸ਼ਾਇਦ ਇਹੀ ਸੱਚਾ ਪਾਤਸ਼ਾਹ। ਉਸ ਥਾਂ ਤੇ ਜਾ ਕੇ ਜਿਹੜੇ ਬਾਹਰ ਕਰਮਚਾਰੀ ਆ, ਜਿਹੜੇ ਬਾਡੀਗਾਰਡ ਆ, ਸੇਵਾਦਾਰ, ਉਹਨਾਂ ਨੂੰ ਪੁੱਛਦਾ ਵੀ ਇਹ ਸੱਚੇ ਪਾਤਸ਼ਾਹ ਹੈ। ਕਿਤ ਉਤਰਿਓ ਕਹੀਏ ਮੁਝ ਪਾਹ। ਵੀ ਕਿਸ ਥਾਂ ਤੇ ਮਹਾਰਾਜ ਜੀ ਦੀ ਜਿਹੜਾ ਉਹਨਾਂ ਨੇ ਉਤਰੇ ਨੇ, ਕਿਸ ਥਾਂ ਤੇ ਸੱਚੇ ਪਾਤਸ਼ਾਹ ਜੀ ਨੇ ਡੇਰਾ ਕੀਤਾ ਹੈ। ਬਾਦਸ਼ਾਹ ਨਰਨ ਕੁਛ ਸਮਝਿਓ ਨਾਹੀ। ਤੇ ਇਸ ਵੇਲੇ ਜਿਹੜੇ ਉਹਦੇ ਸੇਵਾਦਾਰ ਅਹਿਲਕਾਰ ਆ, ਉਹਨਾਂ ਨੂੰ ਇਸ ਗੱਲ ਦੀ ਕੋਈ ਸਮਝ ਨਹੀਂ ਆਈ ਵੀ ਸੱਚਾ ਪਾਤਸ਼ਾਹ ਸ਼ਬਦ ਵਰਤਦੇ ਆ, ਬਾਦਸ਼ਾਹ ਤੇ ਸੁਣਿਆ ਹੈ। ਤੋ ਉਹ ਲੋਕ ਸੁਣਦੇ ਹਨ, ਜਾਣਿਓ ਹਜ਼ਰਤ ਹੀਰਨ ਚਾਹੇ। ਉਹਨਾਂ ਨੇ ਫਿਰ ਇਹ ਸਮਝਿਆ ਵੀ ਇਹ ਤਾਂ ਬਾਦਸ਼ਾਹ ਨੂੰ ਮਿਲਣਾ ਚਾਹੁੰਦੇ ਹੋਣਗੇ, ਕਿਉਂਕਿ ਇਹ ਪੁੱਛ ਰਿਹਾ ਸੱਚੇ ਪਾਤਸ਼ਾਹ ਦੇ ਬਾਰੇ। ਜਿਹੜੇ ਬਾਕੀ ਅਹਿਲਕਾਰ ਬਾਡੀਗਾਰਡ ਉਹ ਸੋਚਦੇ ਆ ਵੀ ਬਾਦਸ਼ਾਹ ਨੂੰ ਮਿਲਣਾ ਹੋਵੇਗਾ। ਦਿਓ ਬਤਾਏ ਅਮਕ ਤਰ ਤਰੇ। ਉਹਨਾਂ ਨੇ ਦੱਸਿਆ ਵੀ ਇਸ ਥਾਂ ਤੇ ਠਹਿਰੇ ਹਨ, ਜਿਹੜਾ ਆ ਥਾਂ, ਆ ਜਿਹੜਾ ਦਰਖਤ ਆ, ਜਿਹੜਾ ਇਹ ਤੰਬੂ ਆ, ਇਸ ਥਾਂ ਤੇ ਠਹਿਰੇ ਹਨ। ਛਾਇਆ ਸੰਗਣ ਵਿਖੇ ਤਹ ਥਿਰੇ। ਜਿੱਥੇ ਬਹੁਤ ਸਾਰੀ ਦਰਖਤਾਂ ਦੀ ਸੰਘਣੀ ਛਾਂ, ਇਸ ਥਾਂ ਤੇ ਵਿਸਰਾਮ ਕਰਦੇ ਹਨ। ਐਮਹੀ ਬੂਝਤ ਪਹੁੰਚਿਓ ਜਾਏ। ਇਹ ਪੁੱਛਿਆ ਤੇ ਫਿਰ ਉਹ ਜਿਹੜਾ ਘਾਈ ਸਿੱਖਿਆ ਉਸ ਥਾਂ ਤੇ ਜਾਂਦਾ ਹੈ। ਜਹਾਂਗੀਰ ਬੈਠਿਓ ਜਿਸ ਥਾਂਏ। ਜਿਸ ਥਾਂ ਤੇ ਬਾਦਸ਼ਾਹ ਜਹਾਂਗੀਰ ਆਰਾਮ ਕਰਦਾ ਹੈ, ਇਹ ਸਿੱਖ ਉੱਥੇ ਪਹੁੰਚ ਜਾਂਦਾ ਹੈ। ਵਰਜਨ ਵਾਰੋ ਨਰ ਜਹੇ ਖਰੋ। ਜਿਹੜੇ ਬਾਹਰ ਖੜੇ ਮਨੁੱਖ ਆ ਨਾ, ਜਿਹੜੇ ਰੋਕਣ ਵਾਲੇ ਆ, ਜਿਨ੍ਹਾਂ ਦੀ ਡਿਊਟੀ ਹੁੰਦੀ ਹੈ ਬੜੀ ਸਖਤ ਬਾਡੀਗਾਰਡ ਵਜੋਂ, ਤੇ ਉਹਨਾਂ ਨੇ ਰੋਕਣਾ ਚਾਹਿਆ ਹੈ। ਤੈਸ ਟਿਕ ਜਾਏ ਬੂਝਬੋ ਕਰੋ। ਉਹ ਕੋਲ ਜਾ ਕੇ ਪੁੱਛਦੇ ਨੇ ਵੀ ਤੁਸੀਂ ਕੌਣ ਜੇ ਤੇ ਕਿਸ ਨੂੰ ਮਿਲਣਾ ਹੈ, ਕਿਸ ਵਾਸਤੇ ਜਾਣਾ ਹੈ। ਬੈਠਿਓ ਜਹੇ ਸਾਚੋ ਪਾਤਸ਼ਾਹੋ। ਤੇ ਉਹਨੇ ਜਵਾਬ ਦਿੱਤਾ ਵੀ ਮੈਂ ਸੱਚੇ ਪਾਤਸ਼ਾਹ ਨੂੰ ਮਿਲਣਾ ਹੈ, ਜਿਸ ਥਾਂ ਤੇ ਸੱਚੇ ਪਾਤਸ਼ਾਹ ਜੀ ਬਿਰਾਜਮਾਨ ਹਨ। ਭੇਟ ਚੜਾਵਨ ਚਾਹ
ਚਾਹਤ ਪਾਹੋ। ਮੇਰੇ ਕੋਲ ਭੇਟਾ ਹੈ ਜਿਹੜੀ ਮੈਂ ਸੱਚੇ ਪਾਤਸ਼ਾਹ ਜੀ ਨੂੰ ਭੇਟ ਕਰਨੀ ਹੈ। ਬਾਦਸ਼ਾਹ ਸਮੁਖ ਦੇਖਤ ਇਮ ਕਹਿਓ। ਬਾਦਸ਼ਾਹ ਜਿਹੜਾ ਹੈ ਜਦੋਂ ਉਸ ਨੂੰ ਇਸ ਗੱਲ ਦਾ ਪਤਾ ਲੱਗਦਾ ਹੈ ਵੀ ਇਹ ਸਾਰੀ ਗੱਲ ਜਿਹੜੀ ਆ ਇਹ ਤਾਂ ਸੱਚੇ ਪਾਤਸ਼ਾਹ ਗੁਰੂ ਹਰਗੋਬਿੰਦ ਸਾਹਿਬ ਜੀ ਦੇ ਦਰਸ਼ਨ ਕਰਨੇ ਚਾਹੁੰਦੇ ਆ। ਜਦੋਂ ਬਾਦਸ਼ਾਹ ਨੂੰ ਇਸ ਗੱਲ ਦਾ ਪਤਾ ਲੱਗਦਾ ਹੈ, ਪਾਵਨ ਦੇਵ ਕਹਾਂ ਇਨ ਲਹਿਓ। ਜਿਹੜੇ ਰੋਕਦੇ ਸਨ ਬਾਡੀਗਾਰਡ ਉਹਨਾਂ ਨੂੰ ਬਾਦਸ਼ਾਹ ਨੇ ਆਖਿਆ ਵੀ ਇਸ ਸਿੱਖ ਨੂੰ ਮੇਰੇ ਕੋਲ ਆਉਣ ਦਿਓ, ਇਹਨੂੰ ਰੋਕੋ ਨਾ। ਬਾਦਸ਼ਾਹ ਦੇ ਕੰਨਾਂ ਵਿੱਚ ਇਹ ਗੱਲ ਪੈ ਗਈ। ਜਦੋਂ ਉਹ ਸਿੱਖ ਨੇ ਆਖਿਆ ਵੀ ਮੈਂ ਸੱਚੇ ਪਾਤਸ਼ਾਹ ਜੀ ਦੇ ਦਰਸ਼ਨ ਕਰਨੇ ਆ, ਤੇ ਜਿਹੜੇ ਰੋਕਣ ਵਾਲੇ ਸਨ ਉਹ ਵਿਚਾਰ ਵਿੱਚ ਪੈਂਦੇ ਆ ਤੇ ਬਾਦਸ਼ਾਹ ਦੇ ਕੰਨੀ ਗੱਲ ਪੈਂਦੀ। ਉਹ ਕਹਿੰਦਾ ਰੋਕੋ ਨਾ, ਇਹ ਸਿੱਖ ਨੂੰ ਸਾਡੇ ਤੱਕ ਆਉਣ ਦੇਵੋ। ਕਿਨਹੁ ਨਾ ਵਰਜਿਓ ਰੁਖ ਕੋ ਹੀਰੇ। ਕਹਿਣ ਲੱਗੇ ਕੋਈ ਵੀ ਇਸ ਸਿੱਖ ਨੂੰ ਰੋਕੇ ਨਾ, ਇਹਨੂੰ ਮੇਰੇ ਪਾਸ ਆਵਣ ਦੇਵੋ। ਕਰ ਧਰ ਟਕਾ ਗਇਓ ਤਬ ਨੇਰੇ। ਤਾਂ ਉਹ ਜਿਹੜਾ ਕਾਈ ਸਿੱਖ ਆ ਕੋਲ ਆਉਂਦਾ, ਉਹਨੇ ਆਣ ਕੇ ਉਹ ਟਕਾ ਉਹਨੇ ਬਾਦਸ਼ਾਹ ਦੇ ਕੋਲ ਰੱਖਿਆ ਹੈ ਤੇ ਨੇੜੇ ਪਹੁੰਚਦਾ ਹੈ। ਵੇਖ ਸਰੂਪ ਦੇਖ ਸੋ ਕਾਹੇ। ਸ਼ਾਹ ਦਾ ਭੇਖ ਸਰੂਪ ਜਦੋਂ ਦੇਖਿਆ ਹੈ ਇਸ ਕਾਈ ਸਿੱਖ ਨੇ, ਜਦੋਂ ਬਾਦਸ਼ਾਹ ਦਾ ਇਹਨੇ ਉਹਦਾ ਚਿਹਰਾ ਦੇਖਿਆ ਹੈ, ਅਦਕ ਆਨੰਦ ਤਾਰਿਓ ਮਾਹੀ। ਆਪਣੇ ਮਨ ਵਿੱਚ ਆਨੰਦ ਪੈਦਾ ਕੀਤਾ ਵੀ ਮੈਨੂੰ ਸੱਚੇ ਪਾਤਸ਼ਾਹ ਦੇ ਦਰਸ਼ਨ ਹੋ ਗਏ ਆ। ਕਿਉਂਕਿ ਭੁਲੇਖੇ ਦੇ ਵਿੱਚ ਸੀ, ਦੱਸਣ ਵਾਲੇ ਬਾਡੀਗਾਰਡਾਂ ਨੇ ਵੀ ਪੂਰੀ ਗੱਲ ਨੂੰ ਸਪਸ਼ਟ ਨਹੀਂ ਕੀਤਾ। ਸੋਚਿਆ ਵੀ ਸ਼ਾਇਦ ਮੈਂ ਗੁਰੂ ਹਰਗੋਬਿੰਦ ਸਾਹਿਬ ਜੀ ਮਹਾਰਾਜ ਜੀ ਦੇ ਤੰਬੂ ਵਿੱਚ ਪਹੁੰਚ ਗਿਆ ਤੇ ਸਤਿਗੁਰਾਂ ਦੇ ਦਰਸ਼ਨ ਕਰ ਰਿਹਾ। ਅੰਦਰੋਂ ਬੜੀ ਸ਼ਰਧਾ ਭਾਵਨਾ ਹੈ, ਪ੍ਰੇਮ ਵਾਲਾ ਗੁਰੂ ਕਾ ਸਿੱਖ ਆ। ਇਹਨੇ ਸੋਚਿਆ ਵੀ ਸ਼ਾਇਦ ਮੈਂ ਗੁਰੂ ਹਰਗੋਬਿੰਦ ਸਾਹਿਬ ਜੀ ਦੇ ਦਰਸ਼ਨ ਕਰ ਰਿਹਾ। ਮਨ ਵਿੱਚ ਇਹਨੇ ਬੜਾ ਆਨੰਦ ਪੈਦਾ ਕੀਤਾ ਹੈ। ਆਗੇ ਟਕਾ ਰਾਖ ਨਿਜ ਕਰਤੇ। ਤੇ ਉਸ ਵੇਲੇ ਉਹਨਾਂ ਦੇ ਸਾਹਮਣੇ ਟਕਾ ਰੱਖ ਦਿੱਤਾ ਹੈ। ਬੰਧਨ ਕਰੇ ਨਮਰ ਹੋਏ ਸਿਰ ਤੇ। ਨਿਮਰਤਾ ਦੇ ਸਹਿਤ ਇਹਨੇ ਬੰਦਨਾ ਕੀਤੀ ਹੈ, ਨਮਸਕਾਰ ਕੀਤੀ ਆ, ਜਿਵੇਂ ਸੰਗਤ ਗੁਰੂ ਸਾਹਿਬ ਜੀ ਦੇ ਚਰਨਾਂ ਵਿੱਚ ਸੀਸ ਨਵਾਉਂਦੀ ਹੈ। ਹਾਥ ਜੋੜ ਪੁਨ ਅਰਜ ਗੁਜ਼ਾਰੇ। ਹੱਥ ਜੋੜ ਕੇ ਤੇ ਫਿਰ ਇਹ ਕਾਈ ਸਿੱਖ ਆਪਣੀ ਅਰਜ਼ ਗੁਜ਼ਾਰਦਾ ਹੈ। ਸਾਚੋ ਪਾਤਸ਼ਾਹ ਗੁਰ ਭਾਰੇ। ਹੇ ਸੱਚੇ ਪਾਤਸ਼ਾਹ ਤੁਸੀਂ ਭਾਰੀ ਗੁਰੂ ਜੀ, ਤੁਸੀਂ ਬੜੇ ਮਹਾਨ ਸਤਿਗੁਰੂ ਜੀ। ਦਲ ਭੰਜਨ ਗੁਰ ਸੂਰਮਾ ਬੜ ਜੋਧਾ ਬਹੁ ਪਾਰ ਉਪਕਾਰੀ। ਹੇ ਸਤਿਗੁਰੂ ਜੀ ਤੁਸੀਂ ਬੜੇ ਮਹਾਨ ਵੱਡੇ ਸੂਰਮੇ ਹੋ। ਦਰਸ਼ਨ ਕੀਆ ਬਲਾਖਾ ਕਨੇਰੇ। ਮੇਰੇ ਮਨ ਵਿੱਚ ਆਪ ਜੀ ਦੇ ਦਰਸ਼ਨ ਕਰਨ ਵਾਸਤੇ ਬਹੁਤ ਵੱਡੀ ਭਾਵਨਾ ਪੈਦਾ ਹੋਈ ਹੈ, ਬਹੁਤ ਜ਼ਿਆਦਾ ਪਿਆਰ ਪੈਦਾ ਹੋਇਆ ਹੈ। ਸੁਨਹ ਸਰਵਣ ਤੇ ਬਿਨਤੀ ਮੋਰੀ। ਹੇ ਪਾਤਸ਼ਾਹ ਜੀ ਆਪਣੇ ਇਹਨਾਂ ਕੰਨਾਂ ਦੇ ਨਾਲ ਮੇਰੀ ਬੇਨਤੀ ਸੁਣੋ। ਮੈਂ ਆਪ ਜੀ ਦੇ ਚਰਨਾਂ ਵਿੱਚ ਕੋਈ ਬੇਨਤੀ ਕਰਨ ਵਾਸਤੇ ਪਹੁੰਚਿਆ ਹਾਂ। ਦੀਨ ਦੁਨੀ ਕੋ ਮਾਲਕ ਹੈ। ਕਹਿਣ ਲੱਗਾ ਤੁਸੀਂ ਦੀਨ ਅਤੇ ਦੁਨੀ ਦੇ ਮਾਲਕ ਜੀ। ਉਹਨੂੰ ਪਤਾ ਨਹੀਂ ਵੀ ਇਹ ਬਾਦਸ਼ਾਹ ਹੈ। ਉਹ ਭੁਲੇਖੇ ਦੇ ਵਿੱਚ ਧੰਨ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਮਹਾਰਾਜ ਜੀ ਦੇ ਚਰਨਾਂ ਵਿੱਚ ਬੇਨਤੀ ਕਰਦਾ ਹੈ। ਨਾਲੇ ਸਤਿਗੁਰਾਂ ਨੇ ਕਿਹਾ ਸੀ ਬਾਦਸ਼ਾਹ ਤੈਨੂੰ ਪ੍ਰੈਕਟੀਕਲ ਕਰਕੇ ਦਿਖਾਵਾਂਗੇ, ਫੇਰ ਸਮਝ ਆ ਜਾਏਗੀ। ਜਦੋਂ ਬਾਰ-ਬਾਰ ਕਹਿੰਦਾ ਸੀ ਵੀ ਲੋਕ ਤੁਹਾਨੂੰ ਸੱਚੇ ਪਾਤਸ਼ਾਹ ਕਿਉਂ ਕਹਿੰਦੇ ਆ, ਤੇ ਸਤਿਗੁਰਾਂ ਨੇ ਮਨ ਵਿੱਚ ਵਿਚਾਰਿਆ ਸੀ ਵੀ ਇਹਨੂੰ ਪ੍ਰੈਕਟੀਕਲ ਕਰਕੇ ਦਿਖਾਵਾਂਗੇ। ਤੇ ਇਸ ਕਾਈ ਸਿੱਖ ਨੇ ਆਖਿਆ ਤੁਸੀਂ ਦੀਨ ਅਤੇ ਦੁਨੀ ਭਾਵ ਆ ਜਿਹੜੀ ਦੁਨੀਆ ਹੈ ਸਮੁੱਚਾ ਸੰਸਾਰ ਇਹਦੇ ਵੀ ਮਾਲਕ ਜੇ, ਤੇ ਜਿਹੜਾ ਰੱਬ ਦਾ ਘਰ ਆ ਜਿਹੜਾ ਧਰਮ ਆ ਭਾਵ ਲੋਕ ਅਤੇ ਪਰਲੋਕ ਦੋਵਾਂ ਜਹਾਨਾਂ ਦੇ ਤੁਸੀਂ ਮਾਲਕ ਹੋ।
ਸਾਚਾ ਪਾਤਸ਼ਾਹ ਇਮ ਕਹੈ। ਤੇ ਤੁਹਾਨੂੰ ਸੱਚਾ ਪਾਤਸ਼ਾਹ ਕਿਹਾ ਜਾਂਦਾ ਹੈ। ਤੁਹਾਡੀ ਸਾਰੇ ਸੰਸਾਰ ਵਿੱਚ ਲੋਕ ਪਰਲੋਕ ਵਿੱਚ ਹੀ ਜੈ ਜੈਕਾਰ ਹੋ ਰਹੀ ਹੈ। ਦਾਸ ਗਰੀਬ ਜਾਣ ਕਰ ਮੋਹੀ। ਮੈਂ ਆਪ ਜੀ ਦਾ ਸੇਵਾਦਾਰ ਹਾਂ। ਗਰੀਬੜਾ ਜਿਹਾ ਨਿਮਾਣਾ ਜਿਹਾ ਮਹਾਰਾਜ ਮੈਨੂੰ ਆਪਣਾ ਸਿੱਖ ਜਾਣੋ। ਬਣਹੁ ਸੁਹਾਏ ਮ੍ਰਿਤੋ ਜਬ ਹੋਹੀ। ਹੇ ਗੁਰੂ ਸਾਹਿਬ ਜੀ ਕਿਰਪਾ ਕਰਨੀ, ਜਦੋਂ ਮੇਰੀ ਮੌਤ ਹੋਵੇ ਸੱਚੇ ਪਾਤਸ਼ਾਹ ਜੀ ਤੁਸੀਂ ਮੇਰੇ ਸਹਾਈ ਹੋਣਾ। ਸਾਰੀ ਸੰਗਤ ਆਖੋ ਸਤਨਾਮ ਸ੍ਰੀ ਵਾਹਿਗੁਰੂ। ਹੁਣ ਇਸ ਗੁਰੂ ਕੇ ਸਿੱਖ ਨੇ ਇਹ ਬਚਨ ਕੀਤੇ ਹਨ। ਅਪਰ ਕਾਮਨਾ ਕੋਇ ਨਾ ਨਾਥ। ਸੱਚੇ ਪਾਤਸ਼ਾਹ ਦੁਨੀਆ ਦੇ ਮਾਲਕ ਜੀ ਤੁਸੀਂ ਨਾਥ ਜੇ, ਸਾਰੇ ਸੰਸਾਰ ਦੇ ਮਾਲਕ ਜੇ। ਹੋਰ ਮੇਰੇ ਮਨ ਵਿੱਚ ਕੋਈ ਕਾਮਨਾ ਨਹੀਂ ਹੈ। ਜਮ ਤੇ ਰਾਖੋ ਦੇ ਕਰ ਹਾਥ। ਬਸ ਇਹ ਮੇਰੇ ਉੱਤੇ ਕਿਰਪਾ ਕਰਿਓ, ਮੈਨੂੰ ਜਮਾਂ ਦੀ ਮਾਰ ਤੋਂ ਬਚਾ ਲਿਓ। ਜਿਹੜੇ ਜਾਮੇ ਆ ਉਹਨਾਂ ਦੀ ਮਾਰ ਬੜੀ ਆ। ਕਿਰਪਾ ਕਰਕੇ ਆਪਣਾ ਹੱਥ ਦੇ ਕੇ ਮੈਨੂੰ ਜਮਾਂ ਦੀ ਮਾਰ ਤੋਂ ਬਚਾ ਲੈਣਾ। ਜਹਾਂਗੀਰ ਸੁਣ ਕੇ ਬਿਸਮਾਇਓ। ਹੁਣ ਬਾਦਸ਼ਾਹ ਜਹਾਂਗੀਰ ਇਹ ਸਾਰਾ ਕੁਝ ਸੁਣ ਕੇ ਤੇ ਹੈਰਾਨ ਹੁੰਦਾ ਹੈ ਵੀ ਇਹ ਗੁਰੂ ਕਾ ਸਿੱਖ ਕੀ ਮੰਗਦਾ ਹੈ। ਗੁਰੂ ਜਾਣ ਮੋਕੋ ਇਹ ਆਇਓ। ਬਾਦਸ਼ਾਹ ਜਹਾਂਗੀਰ ਸਮਝ ਗਿਆ ਆਪਣੇ ਮਨ ਵਿੱਚ ਵੀ ਇਹ ਭੁਲੇਖੇ ਦੇ ਨਾਲ ਮੈਨੂੰ ਸਤਿਗੁਰੂ ਸਮਝ ਕੇ ਤੇ ਮੇਰੇ ਪਾਸ ਇਹ ਸਿੱਖ ਪਹੁੰਚਿਆ ਹੈ। ਮੋਹ ਮਹਿ ਕਹਾ ਸ਼ਕਤ ਹੈ ਐਸੇ। ਆਪਣੇ ਮਨ ਵਿੱਚ ਹੀ ਵਿਚਾਰ ਕਰਦਾ ਵੀ ਮੇਰੇ ਕੋਲੇ ਸ਼ਕਤੀ ਕਿੱਥੇ ਆ ਵੀ ਮੈਂ ਲੋਕ ਤੇ ਪਰਲੋਕ ਸੁਹੇਲਾ ਕਰਦੇ ਆ। ਸਾਨੂੰ ਤੇ ਰਾਜ ਭਾਗ ਦਾ ਪਤਾ ਨਹੀਂ ਕਿਹੜੇ ਵੇਲੇ ਉਥਲ ਪੁਥਲ ਹੋ ਜਾਏ। ਪਰਲੋਕ ਬਾਰੇ ਤੇ ਮੈਨੂੰ ਪਤਾ ਹੀ ਕੋਈ ਨਹੀਂ। ਇਹ ਬਾਦਸ਼ਾਹ ਜਹਾਂਗੀਰ ਆਪਣੇ ਮਨ ਵਿੱਚ ਇਹ ਵਿਚਾਰ ਕਰਦਾ ਹੈ। ਰੱਛਾ ਕਰੋ ਪਲਤ ਮਹਿ ਜੈਸੇ। ਮੈਂ ਪਰਲੋਕ ਵਿੱਚ ਤੇਰੀ ਕਿਵੇਂ ਰੱਖਿਆ ਕਰਾਂਗਾ। ਇਹ ਬਾਦਸ਼ਾਹ ਇਹ ਗੱਲ ਆਪਣੇ ਮਨ ਵਿੱਚ ਚਿਤਾਰਦਾ ਹੈ। ਦੁਨੀਆ ਮਹਿ ਕਰਬੈ ਸਮਰੱਥ। ਦੁਨੀਆ ਦੇ ਵਿੱਚ ਜੇ ਕੋਈ ਸਮਰੱਥ ਕੁਝ ਕਰਨ ਵਾਲਾ ਹੈ, ਨਹੀਂ ਦੀਨ ਕੁਛ ਹਮਰੇ ਹੱਥ। ਮੇਰੇ ਹੱਥ ਵਿੱਚ ਕੁਝ ਵੀ ਨਹੀਂ। ਬਾਦਸ਼ਾਹ ਨੇ ਉਸ ਵੇਲੇ ਇਹ ਵਿਚਾਰ ਕੀਤੀ ਹੈ। ਸ਼੍ਰੀ ਹਰਗੋਬਿੰਦ ਮੁਝ ਕੋ ਜਾਨਾ। ਤੁਸੀਂ ਗੁਰੂ ਹਰਗੋਬਿੰਦ ਸਾਹਿਬ ਜੀ ਮਹਾਰਾਜ ਜਾਣ ਕੇ ਜਾਤ ਇਸ ਵਿਦ ਬਾਕ ਬਖਾਨਾ। ਤੇ ਤਾਂ ਹੀ ਇਸ ਢੰਗ ਦੇ ਨਾਲ ਇਹ ਤੁਸੀਂ ਵਿਖਿਆਨ ਕਰ ਰਹੇ ਜੇ ਵੀ ਗੁਰੂ ਹਰਗੋਬਿੰਦ ਸਾਹਿਬ ਜੀ ਮਹਾਰਾਜ ਜੀ ਸਮਝ ਕੇ ਦੀਨ ਦੁਨੀ ਜੋ ਕਰਹਿ ਸੁਹਾਏ। ਦੀਨ ਅਤੇ ਦੁਨੀ ਦਾ ਮਾਲਕ ਜੋ ਵੀ ਹੈ ਸਾਚਾ ਪਾਤਸ਼ਾਹਿਤ ਤਿਸ ਬਣ ਆਏ। ਉਹ ਤਾਂ ਫਿਰ ਸੱਚਾ ਪਾਤਸ਼ਾਹੀ ਆ। ਬਾਦਸ਼ਾਹ ਜਹਾਂਗੀਰ ਨੂੰ ਵੀ ਇਹ ਮੰਨਣਾ ਪਿਆ ਵੀ ਇਹ ਗੁਰੂ ਕੇ ਸਿੱਖ ਜੇ ਸੱਚਾ ਪਾਤਸ਼ਾਹ ਜਿਹੜਾ ਦੀਨ ਅਤੇ ਦੁਨੀ ਦਾ ਮਾਲਕ ਆ ਉਹ ਤੇ ਫਿਰ ਸੱਚਾ ਪਾਤਸ਼ਾਹ ਤੇ ਉਸੇ ਨੂੰ ਹੀ ਬਣ ਆਉਂਦੀ ਹੈ। ਗੁਰੂ ਕਹਿਤ ਤੇ ਜੋ ਮਮ ਪਾਸ। ਤੇ ਸਤਿਗੁਰੂ ਸੱਚੇ ਪਾਤਸ਼ਾਹ ਮਹਾਰਾਜ ਜੋ ਵੀ ਉਹਨਾਂ ਦੇ ਪਾਸ ਹੁੰਦਾ ਹੈ ਕਰਹਿ ਆਪ ਨਰ ਨਾਮ ਪ੍ਰਕਾਸ਼। ਉਹਨਾਂ ਦੇ ਕੋਲ ਪਰਮੇਸ਼ਰ ਦੇ ਨਾਮ ਦੀ ਦਾਤ ਹੁੰਦੀ ਆ। ਜਿਹੜੇ ਮਾਈ ਭਾਈ ਉਹਨਾਂ ਦੇ ਪਾਸ ਆਉਂਦੇ ਆ ਵਾਹਿਗੁਰੂ ਅਕਾਲ ਪੁਰਖ ਦੇ ਨਾਮ ਦਾ ਪ੍ਰਕਾਸ਼ ਸਾਰਿਆਂ ਨੂੰ ਕਰਦੇ ਹਨ। ਹਮ ਨਹਿ ਕਿਸ ਕੇ ਸੰਗ ਬਖਾਨਹਿ। ਕਹਿਣ ਲੱਗੇ ਮੈਂ ਕਿਸੇ ਦੇ ਨਾਲ ਇਸ ਬਾਰੇ ਕੀ ਵਿਖਿਆਨ ਕਰ ਸਕਦਾ ਹਾਂ। ਸਾਚੋ ਪਾਤਸ਼ਾਹ ਜਗ ਜਾਣਹਿ। ਇਹ ਤੇ ਸੱਚਾ ਪਾਤਸ਼ਾਹ ਹੀ ਜਾਣਦਾ ਹੈ। ਧੰਨ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਮਹਾਰਾਜ ਜੀ ਹੀ ਜਾਣਦੇ ਹਨ। ਕਹੈ ਆਪ ਹੀ ਤੇ ਇਹ ਨਾਮੋ। ਤੇ ਕਹਿਣ ਲੱਗੇ ਜੋ ਤੁਸੀਂ ਸੱਚੇ ਪਾਤਸ਼ਾਹ ਜੀ ਦੀ ਬਾਬਤ ਨਾਮ ਵਰਤਿਆ
ਇਹ ਤਾਂ ਸਤਿਗੁਰੂ ਹੀ ਜਾਣਦੇ ਹਨ। ਵਿਦਤਿਓ ਸਗਰ ਪੁਰ ਅਰ ਗ੍ਰਾਮੋ, ਉਹ ਤਾਂ ਸਾਰੇ ਸੰਸਾਰ ਵਿੱਚ ਹੀ ਵਿਚਰਦੇ ਆ, ਸਾਰੇ ਪਿੰਡਾਂ ਵਿੱਚ ਹੀ ਵਿਚਰਦੇ ਆ। ਪੂਰੀ ਸ਼ਹਿਰ ਤੇ ਪਿੰਡਾਂ ਥਾਈਂ ਸਾਰੇ ਥਾਈਂ ਗੁਰੂ ਹਰਗੋਬਿੰਦ ਸਾਹਿਬ ਜੀ ਦੀ ਵਡਿਆਈ ਹੁੰਦੀ ਹੈ। ਇਹ ਕਹਿਬ ਗੁਰ ਕੋ ਸਭ ਸਾਚਾ, ਜਦੋਂ ਇਹ ਬਚਨ ਕਹੇ ਕਿ ਜਿਹੜਾ ਸੱਚਾ ਸਤਿਗੁਰੂ ਹੈ ਤੇ ਸਾਰਿਆਂ ਦਾ ਹੀ ਉਹ ਸੱਚਾ ਮਾਲਕ ਹੈ। ਲਗਨ ਨਾ ਦੇਤ ਦਾਸ ਦੁਖ ਆਂਚਾ, ਜਿਹੜੇ ਉਹਦੇ ਸੇਵਕ ਬਣ ਜਾਂਦੇ ਆ ਉਹਨਾਂ ਨੂੰ ਤੱਤੀ ਵਾਹ ਨਹੀਂ ਲੱਗਣ ਦਿੰਦਾ, ਉਹਨਾਂ ਨੂੰ ਸੇਕ ਨਹੀਂ ਲੱਗਣ ਦਿੰਦਾ। ਭਾਵ ਉਹਨਾਂ ਨੂੰ ਵਿਘਨਾਂ ਤੋਂ, ਉਹਨਾਂ ਨੂੰ ਔਗਣਾਂ ਤੋਂ ਬਚਾ ਲੈਂਦਾ ਹੈ। ਜਿਨ੍ਹਾਂ ਦੇ ਸਿਰ ਤੇ ਸਤਿਗੁਰੂ ਸੱਚੇ ਪਾਤਸ਼ਾਹ ਜੀ ਮਹਾਰਾਜ ਆਪ ਖਲੋ ਜਾਏ। ਐਮ ਚਿਤ ਮਹਿ ਚਿਤਵਤ ਭਾ ਬਾਦਸ਼ਾਹ, ਬਾਦਸ਼ਾਹ ਆਪਣੇ ਮਨ ਵਿੱਚ ਵੀ ਸੋਚੀ ਪੈਂਦਾ ਹੈ, ਆਪਣੇ ਮਨ ਵਿੱਚ ਵੀ ਵਿਚਾਰ ਕਰਦਾ ਹੈ ਵੀ ਇਹ ਘਾਈ ਸਿੱਖ ਜੋ ਮੇਰੇ ਕੋਲੋਂ ਮੰਗ ਰਿਹਾ ਹੈ ਉਹ ਵਸਤੂ ਤੇ ਸੱਚਮੁੱਚ ਹੀ ਮੇਰੇ ਪਾਸ ਨਹੀਂ ਹੈ। ਗੁਰ ਨਿਸ਼ਚੈ ਹੋਇਓ ਔਰ ਮਾਹੋ, ਇਹ ਤਾਂ ਸਤਿਗੁਰੂ ਸੱਚੇ ਪਾਤਸ਼ਾਹ ਧੰਨ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਮਹਾਰਾਜ ਉਹਨਾਂ ਦੇ ਪਾਸ ਹੀ ਇਹ ਦਾਤ ਆ। ਇਹ ਗੱਲ ਮੈਨੂੰ ਮੰਨਣੀ ਪਊ। ਬਾਦਸ਼ਾਹ ਜਹਾਂਗੀਰ ਆਪਣੇ ਮਨ ਵਿੱਚ ਵੀ ਇਹ ਵਿਚਾਰ ਕਰਦਾ ਹੈ। ਕਾਹੀ ਸੁਨ ਤਬ ਕਹਿਓ ਸੁਨਾਏ, ਜਦੋਂ ਕਾਹੀ ਨੇ ਇਹ ਗੱਲ ਸੁਣੀ ਹੈ ਵੀ ਸਤਿਗੁਰੂ ਗੁਰੂ ਹਰਗੋਬਿੰਦ ਸਾਹਿਬ ਜੀ ਮਹਾਰਾਜ ਨਹੀਂ ਹਨ, ਇਹ ਬਾਦਸ਼ਾਹ ਜਹਾਂਗੀਰ ਹੈ। ਜਦੋਂ ਇਹ ਘਾਈ ਇਹ ਗੱਲ ਸੁਣਦਾ ਹੈ ਹਮ ਦੁਨੀਆ ਕੇ ਸ਼ਾਹ ਕਹਾਈ, ਵੀ ਅਸੀਂ ਦੁਨੀਆ ਦੇ ਬਾਦਸ਼ਾਹ ਕਹਾਉਂਦੇ ਹਾਂ। ਬਾਦਸ਼ਾਹ ਜਹਾਂਗੀਰ ਕਹਿੰਦਾ ਵੀ ਅਸੀਂ ਤਾਂ ਇਸ ਦੁਨੀਆ ਦੇ ਬਾਦਸ਼ਾਹ ਲੋਕ ਕਹਾਉਂਦੇ ਹਾਂ। ਅੰਤ ਕਾਲ ਹਵੈ ਨਹੀਂ ਸਹਾਏ, ਅੰਤ ਕਾਲ ਦੇ ਸਮੇਂ ਅਸੀਂ ਕਿਸੇ ਦੇ ਸਹਾਈ ਨਹੀਂ ਬਣ ਸਕਦੇ। ਅੰਤ ਦੇ ਸਮੇਂ ਅਸੀਂ ਕਿਸੇ ਦਾ ਵੀ ਆਸਰਾ ਨਹੀਂ ਬਣ ਸਕਦੇ ਹਾਂ। ਤਹੈ ਕੁਛ ਹਮਾਰੇ ਬਸ ਨਾ ਬਸਾਏ, ਸਾਡੇ ਵੱਸ ਕੁਝ ਵੀ ਨਹੀਂ ਆ, ਸਾਡੇ ਹੱਥ ਵਿੱਚ ਕੁਝ ਵੀ ਨਹੀਂ ਜਿਹੜੇ ਬਚਨ ਆਪ ਜੀ ਕਰਦੇ ਹੋ। ਸਾਚਾ ਸ਼ਾਹ ਗੁਰੂ ਜਿਸ ਕਹੈ, ਜਿਸ ਨੂੰ ਤੁਸੀਂ ਕਹਿ ਰਹੇ ਜੇ ਉਹ ਤੇ ਸੱਚਾ ਸਤਿਗੁਰੂ ਹੀ ਆ। ਬਾਦਸ਼ਾਹ ਨੇ ਉਸ ਘਾਈ ਸਿੱਖ ਨੂੰ ਇਹ ਬਚਨ ਕੀਤੇ ਆ ਕਿ ਜਿਸ ਨੂੰ ਤੁਸੀਂ ਸੱਚਾ ਕਹਿੰਦੇ ਜੇ ਪਾਤਸ਼ਾਹ ਉਹ ਤਾਂ ਫਿਰ ਸਤਿਗੁਰੂ ਹੀ ਹੈ। ਆਪਰ ਥਾਨ ਸੋ ਉਤਰਿਓ ਹੈ, ਉਹ ਥੋੜਾ ਜਿਹਾ ਇਸ ਥਾਂ ਤੋਂ ਪਾਸੇ ਨੇ। ਧੰਨ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਮਹਾਰਾਜ ਤੋ ਉਹ ਥੋੜਾ ਜਿਹਾ ਇਸ ਥਾਂ ਤੋਂ ਹਟਵੀਂ ਥਾਂ ਤੇ ਬਿਰਾਜਮਾਨ ਹਨ। ਤੈਨ ਟਿਗ ਪਹੁੰਚੋ ਅਰਜ ਗੁਜ਼ਾਰੋ, ਉੱਥੇ ਜਾਓ ਤੇ ਉਹਨਾਂ ਦੇ ਕੋਲ ਜਾ ਕੇ ਅਰਜ ਗੁਜ਼ਾਰੋ, ਬੇਨਤੀ ਕਰੋ। ਹਿਰਦੈ ਮਨੋਰਥ ਕੋ ਤਹੈ ਸਾਰੋ, ਜੋ ਤੁਹਾਡੀ ਹਿਰਦੇ ਦਾ ਮਨੋਰਥ ਆ ਉਹਨੂੰ ਗੁਰੂ ਹਰਗੋਬਿੰਦ ਸਾਹਿਬ ਜੀ ਮਹਾਰਾਜ ਪੂਰਾ ਕਰਨਗੇ। ਐਮ ਸੋਨਾ ਟਕਾ ਉਠਾਏ ਸੋ ਕਾਹੇ, ਜਦੋਂ ਬਾਦਸ਼ਾਹ ਨੇ ਇਹ ਗੱਲ ਆਖੀ ਵੀ ਮੈਂ ਤੇ ਇਸ ਦੁਨੀਆ ਦਾ ਬਾਦਸ਼ਾਹ ਹਾਂ, ਸੱਚਾ ਪਾਤਸ਼ਾਹ ਨਹੀਂ, ਮੈਂ ਦੁਨਿਆਵੀ ਬਾਦਸ਼ਾਹ। ਤੇ ਇਹ ਜਿਹੜਾ ਘਾਈ ਸਿੱਖਿਆ ਇਹ ਜਦੋਂ ਸੁਣਿਆ ਉਸੇ ਵੇਲੇ ਟਕਾ ਜਿਹੜਾ ਅੱਗੇ ਰੱਖਿਆ ਹੈ ਉਸ ਟਕੇ ਨੂੰ ਚੁੱਕ ਲਿਆ ਹੈ। ਗਮਨਿਓ ਅਪਰ ਨਰਨ ਕੇ ਪਾਹੇ, ਤੇ ਉਸੇ ਵੇਲੇ ਉਹ ਚੁੱਕ ਕੇ ਟਕਾ ਉਹਨਾਂ ਦੇ ਕੋਲੋਂ ਬਾਹਰ ਨੂੰ ਆ ਜਾਂਦਾ ਹੈ। ਸ਼੍ਰੀ ਹਰਗੋਬਿੰਦ ਸੱਚ ਪਾਤਸ਼ਾਹੋ, ਬਾਹਰਲੇ ਜਿਹੜੇ ਬਾਡੀਗਾਰਡ ਜਾਂ ਹੋਰ ਬੰਦੇ ਆ ਉਹਨਾਂ ਨੂੰ ਜਾ ਕੇ ਕਹਿੰਦਾ ਵੀ ਮੈਂ ਤੇ ਸੱਚੇ ਪਾਤਸ਼ਾਹ ਦੇ ਦਰਸ਼ਨ ਕਰਨੇ ਆ,
ਸੱਚੇ ਪਾਤਸ਼ਾਹ ਮਹਾਰਾਜ ਜੀ ਕਿਸ ਥਾਂ ਤੇ ਹਨ? ਉਤਰੇ ਕਹਾਂ ਦੇਖਬੇ ਚਾਹੋ। ਕਿਸ ਥਾਂ ਤੇ ਸੱਚੇ ਪਾਤਸ਼ਾਹ ਮਹਾਰਾਜ ਜੀ ਉਤਰੇ ਨੇ ਘੋੜੇ ਤੋਂ? ਕਿਸ ਥਾਂ ਤੇ ਬਿਰਾਜਮਾਨ ਹਨ? ਵੀ ਮੈਂ ਤੇ ਸਤਿਗੁਰਾਂ ਦੇ ਦਰਸ਼ਨ ਕਰਨੇ ਚਾਹੁੰਦਾ ਹਾਂ। ਮੋਹਿ ਬਤਾਵੋ ਸੋ ਥਾਨ। ਉਹ ਥਾਂ ਮੈਨੂੰ ਦੱਸੋ ਜਿਸ ਥਾਂ ਤੇ ਸੱਚੇ ਪਾਤਸ਼ਾਹ ਮਹਾਰਾਜ ਜੀ ਬਿਰਾਜਮਾਨ ਹੁੰਦੇ ਹਨ। ਵਿਦਤ ਗਰੀਬ ਨਵਾਜ ਮਹਾਨ। ਜਿਹੜੇ ਸੱਚੇ ਪਾਤਸ਼ਾਹ ਗਰੀਬਾਂ ਨੂੰ ਨਿਵਾਜਣ ਵਾਲੇ ਆ, ਗਰੀਬਾਂ ਨੂੰ ਵਡਿਆਈਆਂ ਬਖਸ਼ਿਸ਼ ਕਰਨ ਵਾਲੇ ਆ, ਮੈਂ ਉਹ ਸੱਚੇ ਪਾਤਸ਼ਾਹ ਜੀ ਦੇ ਚਰਨ ਪਰਸਣੇ ਹਨ। ਸੁਣ ਲੋਕਨ ਗੁਰ ਥਾਨ ਬਤਾਇਓ। ਜਿਹੜੇ ਲੋਕ ਬਾਦਸ਼ਾਹ ਦੇ ਬਾਰ-ਬਾਰ, ਕਿਉਂਕਿ ਬਹੁਤ ਇਹਨਾਂ ਲੋਕਾਂ ਦੇ ਆਸ-ਪਾਸ ਪਹਿਰੇਦਾਰ ਆ, ਜਦੋਂ ਉਹਨਾਂ ਲੋਕਾਂ ਨੇ ਇਹ ਸੁਣਿਆ ਤੇ ਫਿਰ ਜਿਸ ਥਾਂ ਤੇ ਸਤਿਗੁਰੂ ਜੀ ਬਿਰਾਜਮਾਨ ਆ ਉਸ ਥਾਂ ਦੀ ਬਾਬਤ ਦੱਸਦੇ ਹਨ। ਜਹੈ ਤਰ ਛਾਈ ਆਰਾਮ ਸੋ ਪਾਇਓ। ਕਹਿਣ ਲੱਗੇ ਜਿਹੜਾ ਇਸ ਪਾਸੇ ਦਰਖਤ ਹੈ ਜਿੱਥੇ ਬਹੁਤ ਛਾਂ ਹੈ ਉਸ ਥਾਂ ਤੇ ਪਾਤਸ਼ਾਹ ਜੀ ਆਰਾਮ ਕਰਦੇ ਹਨ। ਪਹੁੰਚ ਜਾਏ ਦਰਸ਼ਕੋ ਕਰਕੇ। ਫਿਰ ਉੱਥੇ ਸੱਚੇ ਪਾਤਸ਼ਾਹ ਧੰਨ ਗੁਰੂ ਹਰਗੋਬਿੰਦ ਸਾਹਿਬ ਜੀ ਮਹਾਰਾਜ ਜੀ ਦੇ ਦਰਸ਼ਨ ਕਰਨ ਵਾਸਤੇ ਪਹੁੰਚ ਜਾਂਦਾ ਹੈ। ਟਕਾ ਰਾਖ ਕਰ ਅਰਜ ਗੁਜਾਰੇ। ਮਹਾਰਾਜ ਸੱਚੇ ਪਾਤਸ਼ਾਹ ਜੀ ਦੇ ਚਰਨਾਂ ਵਿੱਚ ਜਾ ਕੇ ਨਮਸਕਾਰ ਕਰਦਾ ਹੈ, ਮੱਥਾ ਟੇਕਦਾ ਉਸ ਧਰਤੀ ਨੂੰ, ਮਹਾਰਾਜ ਜੀ ਦੇ ਚਰਨਾਂ ਵਿੱਚ ਜਾ ਕੇ ਟਕਾ ਰੱਖਦਾ ਹੈ, ਫਿਰ ਸਤਿਗੁਰਾਂ ਦੇ ਚਰਨਾਂ ਵਿੱਚ ਬੇਨਤੀ ਕਰਦਾ ਹੈ। ਮੈਂ ਆਇਓ ਗੁਰ ਸ਼ਰਨ ਤੁਮਾਰੇ। ਇਹ ਪਾਤਸ਼ਾਹ ਮੈਂ ਤੁਹਾਡੀ ਸ਼ਰਨ ਵਿੱਚ ਆਇਆ। ਜਿਵੇਂ ਮਹਾਰਾਜ ਬਾਣੀ ਵਿੱਚ ਵੀ ਬਚਨ ਕਰਦੇ ਨੇ, ਸਗਲ ਤਿਆਗ ਗੁਰ ਸ਼ਰਣੀ ਆਇਆ, ਰਾਖੋ ਰਾਖਨ ਹਾਰੇ, ਜਿਤ ਤੁਮ ਲਾਵੋ ਤਿਤ ਹਮ ਲਾਗੈ, ਕਿਆ ਇਹ ਜੰਤ ਵਿਚਾਰੇ। ਸਗਲ ਦੁਆਰ ਕੋ ਛਾੜ ਕੇ ਗਹਿਓ ਤੁਹਾਰੋ ਦੁਆਰ, ਬਾਹ ਗਹੇ ਕੀ ਲਾਜਿਅਸ ਗੋਬਿੰਦ ਦਾਸ ਦੁਆਰ। ਸਾਰੇ ਆਸਰੇ ਛੱਡ ਕੇ ਹੇ ਪਾਤਸ਼ਾਹ ਮੈਂ ਤੁਹਾਡਾ ਹੀ ਆਸਰਾ ਤੱਕ ਕੇ ਤੁਹਾਡੇ ਚਰਨਾਂ ਵਿੱਚ, ਤੁਹਾਡੀ ਸ਼ਰਨ ਵਿੱਚ, ਤੁਮਰੀ ਸ਼ਰਨ ਤੁਮਾਰੀ ਆਸਾ, ਤੁਮ ਹੀ ਸੱਜਣ ਸੁਹੇਲੇ, ਮੈਂ ਤੁਹਾਡੀ ਹੀ ਸ਼ਰਨ ਵਿੱਚ ਆਇਆ ਹਾਂ। ਅੰਤ ਕਾਲ ਮਹਿ ਬਨਹੁ ਸੁਹਾਏ। ਪਾਤਸ਼ਾਹ ਜੀ ਜਦੋਂ ਮੇਰਾ ਅੰਤਲਾ ਸਮਾਂ ਆਵੇ, ਹੇ ਸੱਚੇ ਪਾਤਸ਼ਾਹ ਕਿਰਪਾ ਕਰਨੀ, ਤੁਸੀਂ ਆਪ ਮੇਰੇ ਵਾਸਤੇ ਸਹਾਇਕ ਬਣਨਾ, ਤੁਸੀਂ ਆਪ ਮੇਰੇ ਅੰਗ ਸੰਗ ਸਤਿਗੁਰੂ ਜੀ ਸਹਾਈ ਹੋਣਾ ਹੈ। ਜਮਦੂਤਨ ਤੇ ਲਿਓ ਬਚਾਏ। ਜਿਹੜੇ ਜਮਦੂਤ ਆ ਇਹਨਾਂ ਤੋਂ ਮਹਾਰਾਜ ਜੀ ਸਾਨੂੰ ਬਚਾਉਣਾ ਹੈ। ਅਬਲਾਕਤ ਬਹੁ ਦਿਨ ਤੇ ਦਰਸ਼ਨ। ਬੜੇ ਦਿਨਾਂ ਤੋਂ ਮਹਾਰਾਜ ਤੁਹਾਡੇ ਦਰਸ਼ਨਾਂ ਦੇ ਵਾਸਤੇ ਮੇਰੇ ਮਨ ਵਿੱਚ ਇਹ ਪ੍ਰੇਮ ਪੈਦਾ ਹੋਇਆ। ਮੈਂ ਕਾਫੀ ਦਿਨਾਂ ਤੋਂ, ਕਾਫੀ ਸਮੇਂ ਤੋਂ ਆਪ ਜੀ ਦੇ ਦਰਸ਼ਨ ਕਰਨ ਵਾਸਤੇ ਉਤਾਵਲਾ ਸਾਂ। ਆਜ ਭਾਗ ਵੱਡਤੇ ਪਾ ਪਰਸਨ। ਅੱਜ ਮੇਰੇ ਵੱਡੇ ਭਾਗ ਬਣ ਗਏ ਜਦੋਂ ਪਾਤਸ਼ਾਹ ਜੀ ਤੁਹਾਡੇ ਦਰਸ਼ਨ ਹੋ ਗਏ ਆ। ਵੱਡੇ ਭਾਗ ਭੇਟੇ ਗੁਰਦੇਵਾ, ਕੋਟ ਪਰਾਧ ਮਿਟੇ ਹਰ ਸੇਵਾ। ਅੱਜ ਮੇਰੇ ਵੱਡੇ ਭਾਗ ਬਣ ਗਏ, ਮਹਾਰਾਜ ਤੁਹਾਡੇ ਦਰਸ਼ਨ ਹੋ ਗਏ ਹਨ। ਨਾਮ ਗਰੀਬ ਨਵਾਜ ਤੁਮਾਰਾ। ਮਹਾਰਾਜ ਤੁਹਾਨੂੰ ਸੰਸਾਰ ਗਰੀਬ ਨਵਾਜ ਕਹਿੰਦਾ ਹੈ, ਤੁਸੀਂ ਗਰੀਬਾਂ ਨੂੰ ਨਿਵਾਜਣ ਵਾਲੇ ਹੋ। ਕਰਹ ਨਿਭਾਨ ਬਿਰਦ ਉਦਾਰਾ। ਤੁਹਾਡਾ ਬਿਰਦ ਜਿਹੜਾ ਵਾ ਸੱਚੇ ਪਾਤਸ਼ਾਹ ਜੀ ਸਦਾ ਹੀ ਬਿਰਦ ਬਾਣੇ ਦੀ ਲਾਜ ਰੱਖਣ ਵਾਲਾ ਹੈ। ਜਿਹੜੇ ਜੀਵ ਤੁਹਾਡੀ ਸ਼ਰਨ ਵਿੱਚ ਆਉਂਦੇ ਨੇ ਉਹਨਾਂ ਦੀ ਸਦਾ ਹੀ ਪੈਜ ਰੱਖਦੇ ਜੇ। ਬੜਾ ਤੁਹਾਡਾ ਉਦਾਰਤਾ ਵਾਲਾ ਖੁੱਲਾ ਸੁਭਾਅ ਹੈ। ਸੁਣ ਸਤਿਗੁਰੂ ਕਿਰਪਾਲ ਬਖਾਨਾ। ਦੁਨੀਆ ਦੇ ਉੱਤੇ ਕਿਰਪਾ ਕਰਨ ਵਾਲੇ ਮਹਾਨ ਸਤਿਗੁਰੂ ਜੀ ਸੁਣਦੇ ਨੇ, ਫਿਰ ਆਪਣੇ ਮੁਖ ਵਿੱਚੋਂ ਵਖਿਆਨ ਕਰਦੇ ਹਨ। ਸਿਮਰ ਸਤਨਾਮ ਕਲਿਆਣਾ। ਕਹਿਣ ਲੱਗੇ ਭਾਈ ਸਤਨਾਮ ਵਾਹਿਗੁਰੂ ਦਾ ਸਿਮਰਨ ਕਰੋਗੇ
ਤੁਹਾਡਾ ਕਲਿਆਣ ਹੋ ਜਾਵੇਗਾ। ਸਮੂਹ ਸੰਗਤ ਮਾਈ ਭਾਈ ਬੜੇ ਪਿਆਰ ਤੇ ਸਤਿਕਾਰ ਸਹਿਤ ਆਖੋ ਸਤਿਨਾਮ ਸ੍ਰੀ ਵਾਹਿਗੁਰੂ। ਸਤਿਗੁਰੂ ਸੱਚੇ ਪਾਤਸ਼ਾਹ ਮਹਾਰਾਜ ਜੀ ਨੇ ਇਸ ਵੇਲੇ ਇਸ ਆਏ ਹੋਏ ਗੁਰੂ ਕੇ ਸਿੱਖ ਮਾਈ ਭਾਈ ਨੂੰ ਦੱਸਿਆ, ਸਤਿਨਾਮ ਵਾਹਿਗੁਰੂ ਦਾ ਸਿਮਰਨ ਕਰੋਗੇ ਤੁਹਾਡੀ ਕਲਿਆਣ ਹੋ ਜਾਵੇਗੀ। ਧਰਮ ਕਿਰਤ ਕਰ ਖਾਓ ਆਹਾਰਾ। ਤੇ ਸਦਾ ਹੀ ਧਰਮ ਦੀ ਕਿਰਤ ਕਰਨੀ ਆ, ਧਰਮ ਦੀ ਕਮਾਈ ਕਰਨੀ ਆ ਤੇ ਧਰਮ ਦੀ ਕਿਰਤ ਕਰਕੇ ਫੇਰ ਹੀ ਅੰਨ ਪਾਣੀ ਭੋਜਨ ਪਾਣੀ ਪ੍ਰਸ਼ਾਦ ਪਾਣੀ ਛਕਣਾ ਹੈ। ਇਹ ਸਦਾ ਹੀ ਗੱਲ ਜਿਹੜੀ ਆ ਇਹ ਆਪਣੇ ਪੱਲੇ ਬੰਨ ਲੈਣੀ ਹੈ। ਐਨ ਦੋਇਣ ਤੇ ਸਦਾ ਸੁਖਾਰਾ। ਜਿਹੜਾ ਵੀ ਮਾਈ ਭਾਈ ਧਰਮ ਦੀ ਕਿਰਤ ਕਰਕੇ ਪ੍ਰਸ਼ਾਦ ਪਾਣੀ ਛਕੇਗਾ ਉਹ ਇੱਥੇ ਵੀ ਸੁਖੀ ਰਹੇਗਾ ਤੇ ਅੱਗੇ ਵੀ ਪਰਲੋਕ ਵਿੱਚ ਵੀ ਉਹ ਸੁਹੇਲਾ ਵਸੇਗਾ। ਉਹਦਾ ਅੱਗੇ ਜਾ ਕੇ ਵੀ ਵਸਣਾ ਸੁਖੀ ਹੋ ਜਾਵੇਗਾ। ਨਹਿ ਜਮਦੂਪ ਦੇਖਬੇ ਪਾਵੇਂ। ਅੰਤਲੇ ਸਮੇਂ ਜਮਦੂਤ ਉਹਨੂੰ ਦਿਖਾਈ ਨਹੀਂ ਦੇਣਗੇ। ਜਿਹੜੇ ਆਪਣੀ ਧਰਮ ਦੀ ਕਿਰਤ ਕਰਨਗੇ ਤੇ ਸਤਿਨਾਮ ਵਾਹਿਗੁਰੂ ਦਾ ਸਿਮਰਨ ਕਰਨਗੇ ਯਮਦੂਤਾਂ ਦੀ ਮਾਰ ਤੋਂ ਬਚ ਜਾਵਣਗੇ। ਕਰ ਦੇ ਕਰ ਸਤਿਗੁਰੂ ਬਚਾਵੈ। ਸਤਿਗੁਰੂ ਜੀ ਉਹਦੇ ਉੱਤੇ ਆਪਣਾ ਹੱਥ ਰੱਖਣਗੇ, ਆਪਣਾ ਮਿਹਰ ਭਰਿਆ ਹੱਥ ਰੱਖ ਕੇ ਗੁਰੂ ਮਹਾਰਾਜ ਉਹਨਾਂ ਨੂੰ ਜਮਾਂ ਦੀ ਮਾਰ ਤੋਂ ਨਰਕਾਂ ਦੀ ਮਾਰ ਤੋਂ ਬਚਾ ਲੈਣਗੇ। ਸੁਣ ਬੰਧਨ ਕਰ ਗਮਨਿਓ ਕਾਹੀ। ਇਸ ਕਾਈ ਸਿੱਖ ਨੇ ਮਹਾਰਾਜ ਜੀ ਦੇ ਚਰਨਾਂ ਵਿੱਚ ਫੇਰ ਬੰਦਨਾ ਕੀਤੀ ਹੈ, ਫੇਰ ਇਸ ਨੇ ਨਮਸਕਾਰ ਕੀਤੀ ਹੈ। ਅਦਕ ਆਨੰਦ ਧਾਰ ਔਰ ਮਾਹੀ। ਇਹਦੇ ਮਨ ਵਿੱਚ ਬੜਾ ਹੀ ਆਨੰਦ ਪੈਦਾ ਹੋਇਆ ਹੈ, ਬਹੁਤ ਇਹਦੇ ਮਨ ਵਿੱਚ ਦਿਲ ਵਿੱਚ ਖੁਸ਼ੀ ਹੋਈ ਆ ਵੀ ਮੈਨੂੰ ਗੁਰੂ ਸਾਹਿਬ ਜੀ ਦੇ ਦਰਸ਼ਨ ਹੋ ਗਏ ਆ। ਸੱਚੇ ਪਾਤਸ਼ਾਹ ਮਹਾਰਾਜ ਜੀ ਦੇ ਮੁਖਾਰ ਬਿਨ ਤੋਂ ਇਹ ਬਚਨ ਸੁਣੇ ਮਨ ਵਿੱਚ ਬੜੀ ਖੁਸ਼ੀ ਹੋਈ ਤੇ ਸੱਚੇ ਪਾਤਸ਼ਾਹ ਜੀ ਤੋਂ ਆਗਿਆ ਲੈ ਕੇ ਫਿਰ ਚਾਲੇ ਪਾਉਂਦਾ ਹੈ। ਤਪਤ ਨਿਵਾਰੀ ਸਮਾਂ ਬਿਤਾਏ। ਜਿਹੜਾ ਤਪਦਾ ਸਮਾਂ ਗਰਮੀ ਵਾਲਾ ਸਮਾਂ, ਜਿਵੇਂ ਗਰਮੀਆਂ ਦੇ ਵਿੱਚ ਧਰਤੀ ਤਪ ਜਾਂਦੀ ਆ, ਉਹ ਕੁਝ ਜਿਹੜਾ ਸਮਾਂ ਹੈ ਉਹ ਬਤੀਤ ਹੁੰਦਾ ਹੈ। ਚੜਿਓ ਬਾਦਸ਼ਾਹ ਸਤਿਗੁਰੂ ਬੁਲਾਏ। ਬਾਦਸ਼ਾਹ ਆਪਣੇ ਘੋੜੇ ਦੇ ਉੱਤੇ ਅਸਵਾਰ ਹੁੰਦਾ ਹੈ, ਆਪਣੇ ਅਹਿਲਕਾਰਾਂ ਨੂੰ ਕਹਿੰਦਾ ਹੈ ਵੀ ਗੁਰੂ ਸਾਹਿਬ ਜੀ ਮਹਾਰਾਜ ਜੀ ਨੂੰ ਵੀ ਬੁਲਾਇਆ ਜਾਏ, ਕਿਉਂਕਿ ਹੁਣ ਦੁਪਹਿਰ ਦਾ ਸਮਾਂ ਕੁਝ ਬਤੀਤ ਹੋ ਗਿਆ ਹੈ। ਅੱਗੇ ਜਾਣ ਵਾਸਤੇ ਬਾਦਸ਼ਾਹ ਆਪਣੇ ਅਹਿਲਕਾਰਾਂ ਨੂੰ ਕੁਛ ਕਹਿੰਦਾ ਹੈ। ਮਹਿਮਾ ਮਹਾ ਮਾਨ ਕਰ ਮਨ ਮੈਂ। ਹੁਣ ਆਪਣੇ ਮਨ ਵਿੱਚ ਜਾਣ ਗਿਆ ਕਿ ਜਿਹੜੀ ਸਤਿਗੁਰਾਂ ਦੀ ਮਹਿਮਾ ਬਹੁਤ ਹੀ ਮਹਾਨ ਹੈ। ਧੰਨ ਗੁਰੂ ਹਰਗੋਬਿੰਦ ਸਾਹਿਬ ਜੀ ਮਹਾਰਾਜ ਗੁਰੂ ਨਾਨਕ ਸਾਹਿਬ ਜੀ ਦੇ ਘਰ ਦੀ ਜਿਹੜੀ ਵਡਿਆਈ ਆ ਬੜੀ ਵੱਡੀ ਆ, ਇਹ ਬਾਦਸ਼ਾਹ ਜਾਣ ਗਿਆ ਹੈ। ਜਹਾਂਗੀਰ ਪ੍ਰੇਮੀ ਗੁਰ ਤਨ ਮੈਂ। ਸਤਿਗੁਰੂ ਮਹਾਰਾਜ ਜੀ ਦਾ ਕਵੀ ਸਾਹਿਬ ਜੀ ਲਿਖਦੇ ਆ ਕਿ ਉਹ ਵੀ ਪ੍ਰੇਮੀ ਬਣ ਜਾਂਦਾ ਹੈ, ਪ੍ਰੇਮ ਕਰਦਾ ਹੈ ਮਹਾਰਾਜ ਸੱਚੇ ਪਾਤਸ਼ਾਹ ਜੀ ਦੇ ਤਨ ਦਾ। ਉਹਨਾਂ ਦੇ ਦਰਸ਼ਨ ਕਰਕੇ ਇਹ ਵੀ ਪ੍ਰੇਮੀ ਬਣਦਾ ਹੈ। ਦੇਖਤ ਨਿਕਟ ਤਰੰਗ ਚਲਾਵੇ। ਜਦੋਂ ਦੇਖਿਆ ਮਹਾਰਾਜ ਸੱਚੇ ਪਾਤਸ਼ਾਹ ਜੀ ਨੇੜੇ ਨੇ, ਇਹ ਆਪਣੇ ਘੋੜੇ ਨੂੰ ਜਿਹੜਾ ਹੋਰ ਨੇੜੇ ਮਹਾਰਾਜ ਜੀ ਦੇ ਕਰਦਾ ਹੈ। ਮੁਸਕਾਵਤ ਮੁਖ ਬਾਕ ਅਲਾਵੇ। ਇੰਨਾ ਗੁਰੂ ਸਾਹਿਬ ਜੀ ਦਾ ਪ੍ਰੇਮੀ ਬਣ ਗਿਆ, ਮਹਾਰਾਜ ਜੀ ਦੇ ਨਾਲ ਇਸ ਦਾ ਇੰਨਾ ਸਨੇਹ ਬਣ ਗਿਆ ਕਿ ਗੁਰੂ ਸਾਹਿਬ ਜੀ ਮਹਾਰਾਜ ਜੀ ਦੇ ਦਰਸ਼ਨ ਕਰਦਾ ਚਿਹਰੇ ਦੇ, ਤੇ ਮਹਾਰਾਜ ਜੀ ਦੇ ਚਿਹਰੇ ਨੂੰ ਵੇਖ ਕੇ ਖੁਸ਼ ਹੁੰਦਾ ਹੈ। ਬਾਦਸ਼ਾਹ ਜਹਾਂਗੀਰ ਇਹ ਆਪਣਾ ਘੋੜਾ ਦੌੜਾ ਕੇ ਗੁਰੂ ਹਰਗੋਬਿੰਦ ਸਾਹਿਬ ਜੀ ਮਹਾਰਾਜ ਜੀ ਦੇ ਨੇੜੇ ਕਰਦਾ ਹੈ
ਤੇ ਮਹਾਰਾਜ ਦੇ ਮੁਖ ਨੂੰ ਵੇਖ ਕੇ ਬੜਾ ਪ੍ਰਸੰਨ ਹੁੰਦਾ ਹੈ, ਬੜਾ ਖੁਸ਼ ਹੁੰਦਾ ਹੈ ਵੀ ਅਸੀਂ ਤੇ ਐਵੇਂ ਦੁਨਿਆਵੀ ਬਾਦਸ਼ਾਹ ਬਣੇ ਫਿਰਦੇ ਹਾਂ। ਧੰਨ ਨੇ ਗੁਰੂ ਹਰਗੋਬਿੰਦ ਸਾਹਿਬ ਜੀ ਮਹਾਰਾਜ, ਇਸ ਲੋਕ ਦੇ ਵੀ ਮਾਲਕ ਆ ਤੇ ਪਰਲੋਕ ਦੇ ਵੀ ਮਾਲਕ ਆ। ਕੋ ਹਰ ਸਮਾਨ ਨਹੀਂ ਰਾਜਾ, ਇਹ ਭੂਪਤ ਸਭ ਦਿਵਸ ਚਾਰ ਕੇ ਝੂਠੇ ਕਰਤ ਦਿਵਾਜਾ। ਸਾਡੀਆਂ ਦਾਅਵੇਦਾਰੀਆਂ ਝੂਠੀਆਂ ਨੇ। ਹੁਣ ਬਾਦਸ਼ਾਹ ਦੀਆਂ ਅੱਖਾਂ ਖੁੱਲ੍ਹ ਗਈਆਂ। ਘੋੜਾ ਨੇੜੇ ਕਰਕੇ ਗੁਰੂ ਹਰਗੋਬਿੰਦ ਸਾਹਿਬ ਜੀ ਮਹਾਰਾਜ ਜੀ ਦੇ ਦਰਸ਼ਨ ਕਰਕੇ ਮਨ ਵਿੱਚ ਬਹੁਤ ਖੁਸ਼ੀ ਮਹਿਸੂਸ ਕਰਦਾ ਹੈ। ਇਸ ਤੋਂ ਅੱਗੇ ਪ੍ਰਸੰਗ ਕਿਵੇਂ ਚੱਲੇਗਾ ਉਹ ਕੱਲ੍ਹ ਸ਼ਾਮ ਨੂੰ ਰਹਿੰਦੇ ਪ੍ਰਸੰਗ ਦੀ ਕਥਾ ਵਿਚਾਰ ਹੋਵੇਗੀ। ਇੰਨੀਆਂ ਬੇਨਤੀਆਂ ਪ੍ਰਵਾਨ ਕਰਨੀਆਂ। ਸਮੂਹ ਸੰਗਤ ਮਾਈ ਭਾਈ ਦਾ ਧੰਨਵਾਦ ਜੋ ਸ਼ਰਧਾ ਦੇ ਨਾਲ ਸੰਗਤ ਹਾਜ਼ਰੀ ਭਰ ਰਹੀ ਹੈ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।